गुड मॉर्निंग स्टूडेंट्स। सो बेटा कल ਆਪਾਂ ਲਾਸਟ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਇਨਫਲੇਸ਼ਨ ਦੀਆਂ ਟਾਈਪਸ ਨੇ ਜਿਹੜੀਆਂ ਉਹ ਕਰਵਾਈਆਂ ਸੀ। ਹੁਣ ਬੇਸਿਕਲੀ ਇਸ ਚੈਪਟਰ ਦੇ ਵਿੱਚੋਂ ਤੁਹਾਨੂੰ ਥਿਓਰੀਜ਼ ਆਫ ਇਨਫਲੇਸ਼ਨ ਦੇ ਉੱਤੇ ਕੁਐਸਚਨ ਆਉਂਦਾ ਹੈ। ਦੋ ਥਿਓਰੀਜ਼ ਨੇ ਇਨਫਲੇਸ਼ਨ ਦੀਆਂ, ਡਿਮਾਂਡ ਪੁੱਲ ਤੇ ਕਾਸਟ ਪੁਸ਼। ਕਿ ਜਿਹੜੀ ਇਨਫਲੇਸ਼ਨ ਹੈ ਉਹ ਦੋ ਕਾਰਨਾਂ ਕਰਕੇ ਆਉਂਦੀ ਹੈ, ਜਾਂ ਤਾਂ ਗੁਡਸ ਦੀ ਡਿਮਾਂਡ ਵੱਧ ਜੇ ਜਾਂ ਗੁਡਸ ਦੀ ਕਾਸਟ ਇਨਕਰੀਜ਼ ਹੋ ਜੇ। ਦੇਖੋ ਜਦੋਂ ਡਿਮਾਂਡ ਇਨਕਰੀਜ਼ ਹੁੰਦੀ ਹੈ ਉਦੋਂ ਕੀ ਹੁੰਦਾ, ਡਿਮਾਂਡ ਤੇ ਸਪਲਾਈ 'ਚ ਗੈਪ ਆ ਜਾਂਦਾ ਹੈ। ਤੁਸੀਂ 10 ਚੀਜ਼ਾਂ ਮੰਗਦੇ ਹੋ, ਚੀਜ਼ਾਂ 4 ਅਵੇਲੇਬਲ ਨੇ, ਸਪਲਾਇਰ ਕੀ ਕਰੂਗਾ, ਉਹਨਾਂ ਦੇ ਪ੍ਰਾਈਸ ਨੂੰ ਇਨਕਰੀਜ਼ ਕਰ ਦੂਗਾ। ਇਹ ਹੁੰਦੀ ਹੈ ਡਿਮਾਂਡ ਪੁੱਲ ਇਨਫਲੇਸ਼ਨ। ਇੱਕ ਹੁੰਦੀ ਹੈ ਕਾਸਟ ਪੁਸ਼ ਇਨਫਲੇਸ਼ਨ, ਕਿ ਕਾਸਟ ਆਫ ਪ੍ਰੋਡਕਸ਼ਨ ਵੱਧ ਗਈ। ਕਾਸਟ ਆਫ ਪ੍ਰੋਡਕਸ਼ਨ ਕਿਸੇ ਵੀ ਕਾਰਨ ਵੱਧ ਸਕਦੀ ਹੈ, ਵੇਜਸ ਦਾ ਰੇਟ ਵੱਧ ਗਿਆ ਜਾਂ ਮਾਰਕਅਪ ਪ੍ਰਾਈਸਿੰਗ ਹੋ ਗਈ, ਤੁਸੀਂ ਪ੍ਰੋਫਿਟ ਮਾਰਜਨ ਵੱਧ ਲੈਣ ਲੱਗ ਗਏ, ਕੋਈ ਵੀ ਕਾਰਨ ਹੋ ਸਕਦਾ ਹੈ। ਠੀਕ ਹੈ। ਸੋ ਫਸਟਲੀ ਵਿਲ ਟਾਕ ਅਬਾਊਟ ਡਿਮਾਂਡ ਪੁੱਲ ਇਨਫਲੇਸ਼ਨ। ओल्डेस्ट थियरी है प्राइस राइज की। इस थियरी के अकॉर्डिंग इनफ्लेशन वो सिचुएशन है जदों एग्रीगेट डिमांड एट द एग्जिस्टिंग प्राइस लैवल एग्रीगेट सप्लाई तो वध जाती है, मतलब डिमांड इज़ मोर दैन द सप्लाई। इस टाइम के उत्ते सच एन इनफ्लेशन क्यों होंदी है, क्योंकि डिमांड एक्सैसिव है। बिफोर फुल इंप्लायमेंट तो पहला ਜਦੋਂ एग्रीगेट डिमांड इनक्रीज़ करती है तो आउटपुट भी इनक्रीज़ होंदी है, बट आफ्टर फुल इंप्लॉयमेंट ਜਦੋਂ पूर्ण रोज़गार हो जाता है उस तो बाद साडे कोल सप्लाई ਵਧਾਉਣ ਦਾ ਹੋਰ ਕੋਈ ਜਿਹੜਾ ਹੈ ਉਹ ਤਰੀਕਾ ਨਹੀਂ ਹੁੰਦਾ। ਉਸ ਟਾਈਮ ਦੇ ਉੱਤੇ ਇਨਕਰੀਜ਼ ਇਨ ਐਗਰੀਗੇਟ ਡਿਮਾਂਡ ਡਜ਼ ਨੋਟ ਇਵੋਕ ਐਨੀ ਇਨਕਰੀਜ਼ ਇਨ ਐਗਰੀਗੇਟ ਸਪਲਾਈ। ਫੁੱਲ ਇੰਪਲਾਇਮੈਂਟ ਜਦੋਂ ਇੱਕ ਵਾਰੀ ਆ ਜਾਂਦਾ ਹੈ ਉਸ ਤੋਂ ਬਾਅਦ ਡਿਮਾਂਡ ਦੇ ਵਧਣ ਦੇ ਨਾਲ ਸਪਲਾਈ ਦੇ ਵਾਧੇ ਵਿੱਚ ਕੁਝ ਵੀ ਫਰਕ ਨਹੀਂ ਪੈਂਦਾ। ਸੋ ਕੀ ਹੋਊਗਾ, ਪ੍ਰਾਈਸ ਲੈਵਲ ਇਨਕਰੀਜ਼ ਹੋਊਗਾ। ਦਸ ਇਨ ਕੇਸ ਆਫ ਡਿਮਾਂਡ ਪੁੱਲ ਇਨਫਲੇਸ਼ਨ ਜਦੋਂ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਹੈ ਇਟ ਇਜ਼ ਫੋਲੋਡ ਬਾਈ ਇਨਕਰੀਜ਼ ਇਨ ਇੰਪਲੋਇਮੈਂਟ। ਹਾਵਰ ਐਗਰੀਗੇਟ ਸਪਲਾਈ ਹੈ ਜਿਹੜੀ ਉਹ ਐਗਰੀਗੇਟ ਡਿਮਾਂਡ ਤੋਂ ਘੱਟ ਹੈ, ਜਿਸ ਕਰਕੇ ਪ੍ਰਾਈਸਿਸ ਰਾਈਜ਼ ਹੁੰਦੇ ਨੇ। ਠੀਕ ਹੈ। ਕੋਈ ਇੱਕ ਡੈਫੀਨੇਸ਼ਨ ਕਰ ਲਿਓ, ਸ਼ਪੀਰੋ ਦੀ ਕਰ ਲਿਓ, ਈਜ਼ੀ ਹੈ। ਹੁਣ ਆਹ ਦੇਖੋ ਬੇਟਾ, ਆਹ ਨੇ ਜਿਹੜੀ ਤੁਹਾਨੂੰ ਸਪਲਾਈ ਕਰਵ ਦਿਖਾਈ ਹੋਈ ਹੈ। ਠੀਕ ਹੈ, ਰਾਈਟ। ਇਸ ਤੋਂ ਬਾਅਦ ਆਫਟਰ ਦਿਸ ਪੁਆਇੰਟ ਸਪਲਾਈ ਕਰਵ ਸਿੱਧੀ ਹੋ ਗਈ ਇੱਦਾਂ। ਠੀਕ ਹੈ, ਸਿੱਧੀ ਹੋਣ ਦਾ ਮਤਲਬ ਕੀ ਹੈ, ਫੁੱਲ ਇੰਪਲੋਇਮੈਂਟ। ਇਸ ਤੋਂ ਬਾਅਦ ਦੇਖੋ ਪਹਿਲਾਂ ਜਿਵੇਂ ਡਿਮਾਂਡ ਸੀਗੀ D1, डिमांड ते सप्लाई इस पॉइंट ते उत्ते इंटरसैक्ट किते OP प्राइस होया, डिमांड होर वध गई, प्राइस OP रहा। फिर डिमांड D3 हो गई, प्राइस OP1 हो गया। डिमांड होर वधी, सप्लाई भी वध गई, जिथे डिमांड सप्लाई का इंटरसैक्शन होया P2 प्राइस हो गया। D5 के उत्ते सप्लाई के नाल इंटरसैक्शन के नाल प्राइस P3 हो गया। हुण इस तो बाद डिमांड है वो सप्लाई कर्व नूं इत्थे D6 के उत्ते इंटरसैक्ट कर रही है। D6 की है जदों D5 तो D6 की ਜਿਹੜੀ ਡਿਮਾਂਡ 'ਚ ਇਨਕਰੀਜ਼ ਹੋਊ ਉਹਦੇ ਨਾਲ ਆਊਟਪੁੱਟ ਨਹੀਂ ਵਧੀ। ਦੇਖੋ ਜਦੋਂ ਡਿਮਾਂਡ D5 ਸੀ ਉਦੋਂ ਵੀ ਤੁਸੀਂ OM4 ਯੂਨਿਟ ਹੀ ਬਣਾ ਰਹੇ ਸੀ, ਜਦੋਂ ਡਿਮਾਂਡ ਵੱਧ ਕੇ D6 ਹੋ ਗਈ ਉਦੋਂ ਵੀ ਤੁਸੀਂ OM4 ਯੂਨਿਟ ਹੀ ਬਣਾ ਰਹੇ ਹੋ। ਕਿਉਂ? ਕਿਉਂਕਿ ਆ ਜਦੋਂ ਡਿਮਾਂਡ ਤੁਹਾਡੀ ਸਪਲਾਈ ਕਰਵ ਇਸ ਤਰ੍ਹਾਂ ਦੇ ਨਾਲ ਸਿੱਧੀ ਆਣੀ ਸ਼ੁਰੂ ਹੋ ਜੇ, ਪੈਰਲਲ ਟੂ OY ਐਕਸਿਸ ਹੋ ਜੇ, ਉਹ ਕੀ ਸ਼ੋ ਕਰਦਾ ਹੈ ਕਿ ਹੁਣ ਸਾਡੇ ਕੋਲ ਜਿੰਨੇ ਰਿਸੋਰਸਿਸ ਸੀ ਅਸੀਂ ਸਾਰੇ ਲਗਾ ਲਏ ਨੇ, ਹੁਣ ਅਸੀਂ ਹੋਰ ਚੀਜ਼ਾਂ ਨਹੀਂ ਬਣਾ ਸਕਦੇ। ਹੁਣ ਇਸ ਤੋਂ ਬਾਅਦ OM4 ਤੋਂ ਬਾਅਦ ਅਗਰ ਡਿਮਾਂਡ ਦੇ ਵਿੱਚ ਕੋਈ ਰਾਈਜ਼ ਆਉਂਦਾ ਹੈ, ਮਤਲਬ D5 ਤੋਂ D6 ਦੇ ਉੱਤੇ ਜਾਂਦੇ ਹਾਂ ਤਾਂ ਸਿਰਫ ਤੇ ਸਿਰਫ ਪ੍ਰਾਈਸ ਦੇ ਵਿੱਚ ਇਨਕਰੀਜ਼ ਹੋਊਗਾ। ਉਹ ਪ੍ਰਾਈਸ 'ਚ ਇਨਕਰੀਜ਼ ਜਿਹੜਾ OP3 ਤੋਂ OP4 ਹੋਇਆ ਹੈ, ਦਿਸ ਸ਼ੋਜ਼ ਇਨਫਲੇਸ਼ਨ। ਆ ਤਾਂ ਜਿਹੜੀ ਆ ਪ੍ਰਾਈਸ ਰਾਈਜ਼ ਹੈ ਨਾ ਬੇਟਾ, ਇਹ ਤਾਂ ਜ਼ਰੂਰੀ ਹੁੰਦਾ ਹੀ ਹੁੰਦਾ, ਇਹ ਤਾਂ ਆਉਣਾ ਹੀ ਚਾਹੀਦਾ ਹੁੰਦਾ, ਤਾਂ ਹੀ ਸਾਨੂੰ ਪਤਾ ਲੱਗਦਾ ਕਿ ਇਕੋਨਮੀ ਦੇ ਵਿੱਚ ਇਕੋਨਮੀ ਚੱਲ ਰਹੀ ਹੈ। ਠੀਕ ਹੈ। ਸੋ ਦੇਖੋ ਇੱਥੇ ਉਹ ਕਹਿੰਦਾ PS ਸਪਲਾਈ ਕਰਵ ਹੈ, D1 D2 ਇਹ ਸਾਰੀਆਂ ਡਿਮਾਂਡ ਕਰਵ ਨੇ। ਸਟਾਰਟਿੰਗ ਦੇ ਵਿੱਚ D1 ਇਨੀਸ਼ੀਅਲ ਡਿਮਾਂਡ ਕਰਵ ਸੀ, ਪ੍ਰਾਈਸ OP ਸੀ। ਡਿਮਾਂਡ ਵੱਧ ਕੇ D2 ਹੋਈ, ਨੋ ਇਨਕਰੀਜ਼ ਇਨ ਪ੍ਰਾਈਸ ਹੋਇਆ, ਰਾਦਰ ਪ੍ਰੋਡਕਸ਼ਨ ਵੱਧ ਕੇ OM ਤੋਂ OM1 ਹੋ ਗਈ। ਜਦੋਂ ਡਿਮਾਂਡ ਫਰਦਰ ਇਨਕਰੀਜ਼ ਹੋ ਗਈ, ਡਿਮਾਂਡ ਕਰਵ D3 D4 ਹੋ ਗਿਆ, ਆਊਟਪੁੱਟ ਵੀ ਵੱਧ ਕੇ OM2 ਤੇ OM3 ਹੋ ਗਏ। ਕੋਰਸਪੋਂਡਿੰਗਲੀ ਪ੍ਰਾਈਸ ਵੀ ਵੱਧ ਕੇ OP1 ਤੇ OP2 ਹੋ ਗਏ। OM4 ਕੀ ਸ਼ੋ ਕਰਦੀ ਹੈ, ਫੁੱਲ ਇੰਪਲੋਇਮੈਂਟ ਸਿਚੁਏਸ਼ਨ, ਮਤਲਬ ਜਿੰਨੇ ਰਿਸੋਰਸਿਸ ਸੀ, ਜਿੰਨੇ ਚੀਜ਼ਾਂ ਸੀ, ਸਾਰੀਆਂ ਲਾ ਕੇ ਅਸੀਂ ਇੰਨੀਆਂ ਚੀਜ਼ਾਂ ਹੀ ਬਣਾ ਸਕਦੇ ਹਾਂ। ਠੀਕ ਹੈ। ਹੁਣ ਇੱਥੇ ਡਿਮਾਂਡ ਜਦੋਂ D5 ਤੋਂ ਬਾਅਦ D6 ਦੇ ਉੱਤੇ ਆਈ ਹੈ ਤਾਂ ਉਹਦੇ ਨਾਲ ਸਿਰਫ ਤੇ ਸਿਰਫ ਪ੍ਰਾਈਸ ਵਧਿਆ ਹੈ OP3 ਤੋਂ OP4 ਵਿਦਾਊਟ ਦੇਅਰ ਬਾਏ ਐਨੀ ਕੋਰਸਪੋਂਡਿੰਗ ਇਨਕਰੀਜ਼ ਇਨ ਸਪਲਾਈ। कोई सप्लाई च इनक्रीज़ नहीं हुई, इस करके सप्लाई कर्व इस तरह के नाल वर्टिकल पैरलल हो गई है टू OM4
4 ਲੈਵਲ ਆਫ ਆਊਟਪੁੱਟ। ਸੋ ਫਿਗਰ 3 ਕੀ ਦੱਸਦੀ ਹੈ ਕਿ ਆਫਟਰ ਫੁੱਲ ਇੰਪਲੋਇਮੈਂਟ ਅਗਰ ਡਿਮਾਂਡ 'ਚ ਇਨਕਰੀਜ਼ ਆਉਂਦੀ ਹੈ ਤਾਂ ਉਹਦੇ ਨਾਲ ਆਊਟਪੁੱਟ ਤੇ ਇੰਪਲੋਇਮੈਂਟ ਦੇ ਵਿੱਚ ਇਨਕਰੀਜ਼ ਨਹੀਂ ਆਉਂਦੀ, ਰਾਦਰ ਪ੍ਰਾਈਸਿਸ ਦੇ ਵਿੱਚ ਸ਼ਾਰਪ ਰਾਈਜ਼ ਆਉਂਦਾ ਹੈ। ਠੀਕ ਹੈ, ਤਾਂ ਕਾਰਨ ਕੀ ਨੇ ਡਿਮਾਂਡ ਪੁੱਲ ਇਨਫਲੇਸ਼ਨ ਥਿਅਰੀ ਦੇ? ਕੁਆਂਟੀਟੀ ਥਿਅਰੀ ਆਫ ਮਨੀ। ਆਫਟਰ ਫੁੱਲ ਇੰਪਲੋਇਮੈਂਟ ਜਦੋਂ ਲੋਕਾਂ ਕੋਲ ਪੈਸਾ ਵੱਧ ਜਾਂਦਾ ਹੈ ਤਾਂ ਪ੍ਰਾਈਸ ਲੈਵਲ ਵਧੂਗਾ, ਪੈਸਾ ਵਧੂਗਾ ਲੋਕੀ ਡਿਮਾਂਡ ਕਰਨਗੇ, ਸਪਲਾਈ ਉਨੀ ਵੱਧਦੀ ਨਹੀਂ ਤਾਂ ਇਨਫਲੇਸ਼ਨ ਆਉਂਦੀ ਹੈ। ਸੈਕਿੰਡ ਕੀਨਸ ਦੀ ਥਿਅਰੀ, ਕੀਨ ਕਹਿੰਦਾ ਹੈ ਕਿ ਡਿਮਾਂਡ ਜਦੋਂ ਸਪਲਾਈ ਤੋਂ ਵੱਧ ਜਾਂਦੀ ਹੈ ਤਾਂ ਪ੍ਰਾਈਸਿਸ ਵੱਧਦੇ ਨੇ। ਡਿਮਾਂਡ ਅਸੀਂ ਦੋ ਚੀਜ਼ਾਂ ਦੀ ਕਰਦੇ ਹਾਂ, ਕੰਜ਼ੰਪਸ਼ਨ ਗੁੱਡਸ ਤੇ ਇਨਵੈਸਟਮੈਂਟ ਗੁੱਡਸ ਦੀ। ਜਦੋਂ ਕੰਜ਼ੰਪਸ਼ਨ ਐਕਸਪੈਂਡੀਚਰ ਜਾਂ ਇਨਵੈਸਟਮੈਂਟ ਐਕਸਪੈਂਡੀਚਰ ਦੋਨੋਂ ਇਨਕਰੀਜ਼ ਹੁੰਦੇ ਨੇ ਤਾਂ ਪ੍ਰਾਈਸਿਸ ਵੀ ਇਨਕਰੀਜ਼ ਹੁੰਦੇ ਨੇ। ਨੈਕਸਟ ਮਾਡਰਨ ਕੁਆਂਟੀਟੀ ਥਿਅਰੀ, ਮਿਲਟਨ ਫਰਾਈਡਮੈਨ ਨੇ ਥਿਅਰੀ ਦਿੱਤੀ ਸੀ। ਉਹ ਕਹਿੰਦਾ ਹੈ ਕਿ ਡਿਮਾਂਡ ਪੁੱਲ ਇਨਫਲੇਸ਼ਨ ਆਉਣ ਦਾ ਕੀ ਕਾਰਨ ਹੈ, ਇਜ਼ ਦਾ ਐਕਸੈਸਿਵ ਇਨਕਰੀਜ਼ ਇਨ ਦਾ ਸਪਲਾਈ ਆਫ ਮਨੀ ਐਜ਼ ਕੰਪੇਅਰ ਟੂ ਇਟਸ ਡਿਮਾਂਡ। ਜਦੋਂ ਇਕੋਨਮੀ 'ਚ ਪੈਸਾ ਜ਼ਿਆਦਾ ਆ ਜਾਏ ਉਸ ਟਾਈਮ ਦੇ ਉੱਤੇ ਇਨਫਲੇਸ਼ਨ ਆਉਂਦੀ ਹੈ। ਨਾਓ ਨੈਕਸਟ ਇਜ਼ ਕਾਸਟ ਪੁਸ਼ ਇਨਫਲੇਸ਼ਨ। ਕਾਸਟ ਪੁਸ਼ ਇਨਫਲੇਸ਼ਨ ਨਵੀਂ ਥਿਅਰੀ ਹੈ। ਇਸ ਥਿਅਰੀ ਨੂੰ 1960 ਦੇ ਵਿੱਚ ਜਦੋਂ ਅਮਰੀਕਾ ਦੇ ਵਿੱਚ ਬਹੁਤ ਪ੍ਰਾਈਸ ਰਾਈਜ਼ ਹੋਇਆ ਸੀ ਉਸ ਟਾਈਮ ਦੇ ਵਿੱਚ ਇਸ ਥਿਅਰੀ ਹੈ ਜਿਹੜੀ ਇਸ ਨੂੰ ਐਕਸਪਲੇਨ ਕੀਤਾ ਗਿਆ ਸੀ। ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਪਾਸੇ ਪ੍ਰਾਈਸਿਸ ਇਨਕਰੀਜ਼ ਹੋਏ, ਦੂਜੇ ਪਾਸੇ ਪ੍ਰੋਡਕਸ਼ਨ ਫਾਲ ਕਰ ਗਈ। ਸੋ ਇਕੋਨੋਮਿਸਟ ਕਹਿੰਦੇ ਨੇ ਕਿ ਇਨਫਲੇਸ਼ਨ ਉਦੋਂ ਪੋਸੀਬਲ ਹੁੰਦੀ ਹੈ ਜਦੋਂ ਡਿਮਾਂਡ ਫਾਲ ਕਰ ਰਹੀ ਹੈ ਬਟ ਕਾਸਟ ਆਫ ਪ੍ਰੋਡਕਸ਼ਨ ਰਾਈਜ਼ ਹੋ ਰਹੀ ਹੈ। ਸੋ ਇਨਫਲੇਸ਼ਨ ਕਿਉਂ ਆਈ ਹੈ? ਕਿਉਂਕਿ ਕਾਸਟ ਆਫ ਪ੍ਰੋਡਕਸ਼ਨ ਵਧੀ ਹੈ। ਇਸ ਸਿਚੁਏਸ਼ਨ ਦੇ ਵਿੱਚ ਇੱਕ ਸਾਈਡ ਤੇ ਪ੍ਰਾਈਸਿਸ ਵੱਧ ਰਹੇ ਨੇ, ਆਊਟਪੁੱਟ ਘਟ ਰਹੀ ਹੈ, ਇੰਪਲੋਇਮੈਂਟ ਘਟ ਰਹੀ ਹੈ। ਇਨ ਆਪੋਜੀਸ਼ਨ ਟੂ ਇਟ ਡਿਮਾਂਡ ਪੁੱਲ ਇਨਫਲੇਸ਼ਨ ਦੇ ਵਿੱਚ ਆਊਟਪੁੱਟ ਤੇ ਇੰਪਲੋਇਮੈਂਟ ਵੀ ਪ੍ਰਾਈਸ ਰਾਈਜ਼ ਦੇ ਨਾਲ ਵੱਧਦੇ ਨੇ, ਮਤਲਬ ਦੋਨਾਂ ਦੇ ਵਿੱਚ ਫਰਕ ਦੱਸਿਆ ਹੈ। ਆਹ ਕਾਸਟ ਪੁਸ਼ ਇਨਫਲੇਸ਼ਨ ਦੇ ਵਿੱਚ ਪ੍ਰਾਈਸਿਸ ਰਾਈਜ਼ ਨੇ, ਆਊਟਪੁੱਟ ਤੇ ਇੰਪਲੋਇਮੈਂਟ ਫਾਲ ਨੇ। ਡਿਮਾਂਡ ਪੁੱਲ ਦੇ ਵਿੱਚ ਪ੍ਰਾਈਸਿਸ ਰਾਈਜ਼ ਨੇ ਪਰ ਆਊਟਪੁੱਟ ਤੇ ਇੰਪਲੋਇਮੈਂਟ ਇਨਕਰੀਜ਼ ਕਰਦੇ ਨੇ। ਠੀਕ ਹੈ ਜੀ। ਸੋ ਕੋਈ ਵੀ ਇੱਕ ਡੈਫੀਨੇਸ਼ਨ ਹੈ ਤੁਸੀਂ ਇੱਥੇ ਕਰ ਸਕਦੇ ਹੋ। ਉਸ ਤੋਂ ਬਾਅਦ ਕਾਸਟ ਪੁਸ਼ ਇਨਫਲੇਸ਼ਨ ਨੂੰ ਐਕਸਪਲੇਨ ਕੀਤਾ ਹੈ। ਆਹ ਸਪਲਾਈ ਕਰਵ ਦਿਖਾਈਆਂ ਨੇ ਬੇਟਾ, S2S, S1S, SS। ਆਹ ਡਿਮਾਂਡ ਕਰਵ ਫਾਲਿੰਗ ਦਿਖਾਈ ਹੋਈ ਹੈ। ਠੀਕ ਹੈ। ਸੋ ਕਾਸਟ ਪੁਸ਼ ਇਨਫਲੇਸ਼ਨ ਦੇ ਵਿੱਚ ਇੱਥੇ ਆਊਟਪੁੱਟ ਦਿਖਾਇਆ ਹੈ, ਇੱਧਰ ਪ੍ਰਾਈਸ ਲੈਵਲ ਦਿਖਾਇਆ ਹੈ। DD ਤੁਹਾਡੀ ਡਿਮਾਂਡ ਕਰਵ ਹੈ, SS ਸਪਲਾਈ ਕਰਵ ਹੈ। ਇਟ ਇਜ਼ ਪੈਰਲਲ ਟੂ y ਐਕਸਿਸ, y ਐਕਸਿਸ 'ਚ ਪੈਰਲਲ ਹੋ ਜਾਂਦੀ ਆ ਆਫਟਰ ਪੁਆਇੰਟ A ਪੁਆਇੰਟ ਤੋਂ ਬਾਅਦ, ਮਤਲਬ A ਪੁਆਇੰਟ ਇਹਦਾ ਮਤਲਬ OM3 ਆਊਟਪੁੱਟ ਕੀ ਸ਼ੋ ਕਰਦੀ ਹੈ ਤੁਹਾਨੂੰ? ਫੁੱਲ ਇੰਪਲੋਇਮੈਂਟ ਲੈਵਲ। ਸਪੋਜ਼ ਸਭ ਤੋਂ ਪਹਿਲਾਂ ਮੈਂ ਇਸ ਕਰਵ ਦੇ ਉੱਤੇ ਹਾਂ, ਇਸ ਕਰਵ ਦੇ ਉੱਤੇ ਮੇਰਾ ਇੰਟਰਸੈਕਸ਼ਨ ਕਿੱਥੇ ਹੋ ਰਿਹਾ ਹੈ? ਡਿਮਾਂਡ ਦੇ ਨਾਲ, E ਦੇ ਉੱਤੇ। ਇਟ ਮੀਨਸ OM ਗੁੱਡਸ ਪ੍ਰੋਡਿਊਸ ਕੀਤੀਆਂ ਜਾ ਰਹੀਆਂ ਨੇ ਤੇ ਸੇਲ ਕੀਤੀਆਂ ਜਾ ਰਹੀਆਂ ਨੇ ਤੇ OP ਪ੍ਰਾਈਸ ਲੈਵਲ ਫੋਲੋ ਕਰਦਾ ਹੈ। ਠੀਕ ਹੈ। ਸੋ ਜਦੋਂ ਕਾਸਟ ਆਫ ਪ੍ਰੋਡਕਸ਼ਨ ਵਧੂਗੀ ਤਾਂ ਸਪਲਾਈ ਕਰਵ ਨਵੀਂ ਸ਼ੇਪ ਲੈ ਲੂਗੀ, S1S। ਕਿੱਥੇ ਇੰਟਰਸੈਕਟ ਕਰਦੀ ਹੈ? E1 ਪੁਆਇੰਟ ਦੇ ਉੱਤੇ। ਮਤਲਬ ਪਹਿਲਾਂ ਨਾਲੋਂ ਪ੍ਰੋਡਕਸ਼ਨ ਘਟ ਗਈ। ਦੇਖੋ ਆਪਾਂ ਪਿੱਛੇ ਬੋਲ ਕੇ ਆਏ ਆ ਨਾ, ਪ੍ਰੋਡਕਸ਼ਨ OM ਤੋਂ OM1 ਹੋ ਗਈ, ਅਸੀਂ ਪਿੱਛੇ ਨੂੰ ਜਾ ਰਹੇ ਹਾਂ ਬੇਟਾ। ਪ੍ਰਾਈਸ ਵਧੇ ਨੇ, ਪ੍ਰੋਡਕਸ਼ਨ ਘਟੀ, ਪ੍ਰਾਈਸ ਵਧੇ। ਜਦੋਂ ਕਾਸਟ ਆਫ ਪ੍ਰੋਡਕਸ਼ਨ ਹੋਰ ਵੱਧ ਜੂਗੀ, ਸਪਲਾਈ ਕਰਵ S2S ਹੋ ਜੂਗੀ। ਮੈਂ E ਪੁਆਇੰਟ ਦੇ ਉੱਤੇ ਆ ਕੇ ਇੰਟਰਸੈਕਟ ਕਰੂੰਗੀ DD ਨੂੰ, ਪ੍ਰੋਡਕਸ਼ਨ ਹੋਰ ਘਟ ਗਏ, OM1 ਤੋਂ OM2 ਹੋ ਗਈ ਹੈ, ਪ੍ਰਾਈਸ ਵੱਧ ਕੇ OP1 ਤੋਂ OP2 ਹੋ ਗਿਆ ਹੈ। ਸੋ ਇਹ ਕੀ ਸ਼ੋ ਕਰ ਰਹੀ ਹੈ? ਕਾਸਟ ਪੁਸ਼ ਇਨਫਲੇਸ਼ਨ, ਪ੍ਰਾਈਸ ਰਾਈਜ਼, ਆਊਟਪੁੱਟ ਇੰਪਲੋਇਮੈਂਟ ਫਾਲ। ਠੀਕ ਹੈ ਬੇਟਾ। ਸੋ ਕਾਸਟ ਪੁਸ਼ ਇਨਫਲੇਸ਼ਨ 'ਚ ਪ੍ਰਾਈਸ ਲੈਵਲ ਰਾਈਜ਼, ਆਊਟਪੁੱਟ ਤੇ ਇੰਪਲੋਇਮੈਂਟ ਫਾਲ। ਹੁਣ ਕਾਸਟ ਪੁਸ਼ ਇਨਫਲੇਸ਼ਨ ਆਉਂਦੀ ਕਿਉਂ ਹੈ? ਦੱਸਿਆ ਸੀ ਪਿੱਛੇ ਮੈਂ ਤੁਹਾਨੂੰ, ਜਾਂ ਤਾਂ ਵੇਜਿਸ ਵੱਧ ਗਈਆਂ। ਜਦੋਂ ਲੇਬਰ, ਦੇਖੋ ਕਾਸਟ ਆਫ ਪ੍ਰੋਡਕਸ਼ਨ ਦਾ ਮਤਲਬ ਕੀ ਹੁੰਦਾ ਹੈ? ਮੈਂ ਚੀਜ਼ 10 ਰੁਪਏ ਦਾ ਤਾਂ ਮੈਂ ਰॉ ਮਟੀਰੀਅਲ ਖਰੀਦਿਆ, ਠੀਕ ਹੈ, 5 ਰੁਪਏ ਮੈਂ ਲੇਬਰ ਨੂੰ ਵੇਜਿਸ ਦਿੱਤੀਆਂ, 2 ਰੁਪਏ ਦਾ ਮੈਂ ਪ੍ਰੋਫਿਟ ਰੱਖਿਆ, ਟੋਟਲ 17 ਰੁਪਏ ਦੀ ਚੀਜ਼ ਬਣੀ। ਠੀਕ ਹੈ। ਹੁਣ ਮੰਨ ਲਓ ਚੀਜ਼ ਤਾਂ ਮੈਨੂੰ ਰॉ ਮਟੀਰੀਅਲ ਤਾਂ 10 ਰੁਪਏ ਦਾ ਹੀ ਮਿਲ ਰਿਹਾ, 2 ਰੁਪਏ ਦਾ ਮੈਂ ਪ੍ਰੋਫਿਟ ਰੱਖਿਆ, ਪਰ ਆ ਜਿਹੜੇ ਵਰਕਰ ਨੇ ਕਹਿੰਦੇ ਜੀ 5 ਨਹੀਂ, ਸਾਨੂੰ ਤਾਂ 8 ਰੁਪਏ ਦੀਆਂ ਵੇਜਿਸ ਦਿਓ। ਹੁਣ ਵੇਜਿਸ ਕਿੰਨੀ, ਹੁਣ ਟੋਟਲ ਕਾਸਟ ਆਫ ਪ੍ਰੋਡਕਸ਼ਨ ਕਿੰਨੀ ਹੋ ਗਈ? ਇਨਕਰੀਜ਼ ਕਰਕੇ 20 ਰੁਪਏ। ਆ ਜਿਹੜਾ 5 ਤੋਂ 3 ਰੁਪਏ ਵਧੇ ਨੇ, ਆ ਕਾਸਟ ਆਫ ਪ੍ਰੋਡਕਸ਼ਨ 'ਚ ਵਧੇ ਨੇ, ਕਿਸ ਕਰਕੇ ਵਧੇ ਨੇ? ਡਿਊ ਟੂ ਵੇਜ ਇੰਡਿਊਸਡ ਇਨਫਲੇਸ਼ਨ, ਵੇਜਿਸ ਦੇ ਵਧਣ ਦੇ ਨਾਲ। ਕਈ ਵਾਰੀ ਟ੍ਰੇਡ ਯੂਨੀਅਨਸ ਇੰਨੀਆਂ ਸਟਰੋਂਗ ਹੁੰਦੀਆਂ ਨੇ ਕਿ ਉਹ ਆਪਦੀਆਂ ਵੇਜਿਸ ਨੂੰ ਵਧਾਉਣ ਵਿੱਚ ਸਕਸੈਸਫੁਲ ਹੋ ਜਾਂਦੀਆਂ ਨੇ। ਵੇਜਿਸ ਵਧਣਗੇ, ਕਾਸਟ ਆਫ ਪ੍ਰੋਡਕਸ਼ਨ ਵਧੂਗੀ, ਕਾਸਟ ਆਫ ਪ੍ਰੋਡਕਸ਼ਨ ਵਧੂਗੀ ਮਤਲਬ ਪ੍ਰਾਈਸਿਸ ਵਧਣਗੇ, ਇੰਪਲੋਇਮੈਂਟ ਘਟੂਗੀ। ਇਸ ਇਨਫਲੇਸ਼ਨ ਨੂੰ ਅਸੀਂ ਵੇਜ ਇੰਡਿਊਸਡ ਇਨਫਲੇਸ਼ਨ ਦਾ ਨਾਮ ਦਿੰਦੇ ਹਾਂ। ਠੀਕ ਹੈ।
सैकेंड है इंक्रीज इन रेट ऑफ प्रॉफिट्स और प्रॉफिट इंड्यूस्ड इन्फ्लेशन। सेम एग्जाम्पल लैने 10 रुपए 5 रुपए प्लस 2 17 रुपए की चीज़ बेचते सी, हुण असीं कहने नहीं जी मैं 10 प्लस 5 प्लस मैं 5 रुपए का प्रॉफिट रखना है, चीज़ 20 रुपए की हो गई है। क्यों हो गई है? क्योंकि मैं 2 की जगह ते 5 रुपए मतलब 3 रुपए का प्रॉफिट वधाउणा है, प्रॉफिट का रेट वधाउण वास्ते। सो अंडर इंपरफेक्टली कॉम्पीटिटिव मार्केट मोनोपोली या ओलीगोपली, मोनोपोली वन सैलर, ओलीगोपली फ्यू सैलरस कुछ सैलरस डेलीबरेटली जान बुझ के घट प्रोडक्शन करते हैं ताकि उन्होंने प्रोडक्ट की डिमांड वध जाए, ताकि प्रॉफिट वध जान। इस करके वो की करते हैं जोड़ा हाई रेट ऑफ प्रॉफिट है इट इज़ द कॉज ऑफ द इंक्रीज इन प्राइसिस। थर्ड देखो अपने को 10 प्लस 5 प्लस 2 17 रुपए बनते सी, एक बारी असी इत्थे प्राइसिस वधाए वेजिज वधाइया, एक बारी इत्थे वधाइया, हुण आ गया जी कॉस्ट ऑफ इनपुट्स मतलब वो चीज़ 10 दी नहीं हुण सानूं 13 दी मिल रही है, बाकी सारिया चीज़ां उन्हां दियां हुण 20 रुपए की चीज़ होगी। क्यों? क्योंकि 3 रुपए का इनक्रीज हुण कित्थे आया है, कॉस्ट ऑफ मेन इनपुट्स की इनक्रीज दे विच आया है। ठीक है, सो ये ने बेटा तुहाडे कोल 2 थियरीज ऑफ इनफ्लेशन, इस तरह के नाल थियरीज ऑफ इनफ्लेशन क्वेश्चन च पुट कीतियां जा सकदियां ने। नैक्सट है इनफ्लेशनरी गैप, इहदा शॉर्ट नोट करांगे आपां जो पिछे बुक च दिता होया है, इत्थों नहीं करांगे। ठीक है, इनफ्लेशनरी गैप की हुंदा है, इत्थे तुहानूं दिता होगा मैं उत्थों ही करवानी हाँ जी। इनफ्लेशनरी गैप मीनस एक्सैस ऑफ एंटीसिपेटेड एक्सपेंडिचर, एंटीसिपेटेड आने वाले समय जो एक्सपेंडिचर होना है ओवर द अवेलेबल आउटपुट एट बेस प्राइसिस, जदों प्राइसिस दे विचों एक्सपेंडिचर नूं असीं माइनस करते हाँ जो बचता है दैट इज़ इनफ्लेशनरी गैप। सो इनफ्लेशनरी गैप की है एक्सैस ऑफ एग्रीगेट डिमांड ओवर द अवेलेबल सप्लाई एट द फुल इंप्लॉयमेंट लैवल ऑफ मनी इनकम एट द एग्जिस्टिंग लैवल ऑफ प्राइसिस। ठीक है, सो आपां इहदे विच टाइप्स कीतियां बेटा, थियरीज ऑफ इनफ्लेशन कीतियां, एक इनफ्लेशनरी गैप का थानू मैं शॉर्ट नोट करवाया। हुण नैक्सट अपने कोल हैगे ने कॉजेज ऑफ इनफ्लेशन, कॉजेज की ने क्यों इनफ्लेशन आती है, वह इफैक्ट की आता है इनफ्लेशन का, तो इनफ्लेशन तो इकनॉमिक डिवेलपमेंट की है। दिस वी विल डू इन द नेक्स्ट वीडियो। टिल देन गुड बाय, हैव अ नाइस डे।